ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ। ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੁ ਨਾਹੀ ਆਗੈ ਸੁਖ ਮੇਰੇ ਮੀਤਾ ਪਾਛੇ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੁ ਨਾਹੀ ਸਾਚੇ ਸਾਹਿਬ ਸੋ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ ਰਹਾਉ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੈ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੈ ਪ੍ਰਤਪਾਲਾ ਅਚਰਜ ਤੇਰੀ ਵਡਿਆਈ ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਜ਼ਰਾ ਹਜ਼ੂਰ
ਜਾਹਰਾ ਜਹੂਰ ਸ਼ਬਦ ਗੁਰੂ, ਜੁਗਮ ਜੋਗਾ ਟਲ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਨਿਤਨੇਮ ਦੀਆਂ ਬਾਣੀਆਂ ਤੋਂ ਉਪਰੰਤ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਆਪ ਜੀ ਸਾਂਝ ਪਾ ਰਹੇ ਸੁਆਓ। ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ, ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹਲਾ ਪੰਜਵਾਂ। ਆਗੈ ਸੁਖ ਮੇਰੇ ਮਿਤਾ, ਪਾਛੇ ਆਨੰਦ ਪ੍ਰਭ ਕੀਤਾ। ਸੋਰਠ ਰਾਗ ਵਿੱਚ ਪੰਚਮ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਬਚਨ ਅੰਗ ਨੰਬਰ 629 ਅਤੇ 623 ਉੱਤੇ ਸਵਾਇਮਾਨ ਨੇ। ਸਤਿਗੁਰੂ ਜੀ ਨੇ ਅੱਜ ਦੇ ਹੁਕਮ ਰਾਹੀਂ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹ ਦੋ ਪਦਿਆਂ ਵਾਲਾ ਸ਼ਬਦ ਹੈ ਔਰ ਤੀਸਰਾ ਪਦਾ ਰਹਾਉ ਦੀਆਂ ਪੰਕਤੀਆਂ ਨੇ, ਜਿਹੜਾ ਸ਼ਬਦ ਦਾ ਕੇਂਦਰੀ ਭਾਵ ਹੈ। ਔਰ ਸਤਿਗੁਰੂ ਨੇ ਸਮੁੱਚੇ ਸ਼ਬਦ ਦੇ ਅੰਦਰ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਭਾਵ ਕਿ ਅਸਲ ਵਿੱਚ ਜਿੰਦਾ ਮਨ ਆਪਣੇ ਰੱਬ ਦੇ ਨਾਲ ਮੰਨ ਗਿਆ, ਜਿਨ੍ਹਾਂ ਨੂੰ ਉਹ ਰੱਬ ਪਰਮੇਸ਼ਰ ਦੀ ਸਮਝ ਲੱਗ ਗਈ ਕਿ ਉਹ ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ ਔਰ ਸਾਰੀਆਂ ਥਾਵਾਂ 'ਤੇ ਹੈ, ਨਿਰੰਤਰ ਹੈ, ਲਗਾਤਾਰ ਹੈ, ਫਿਰ ਉਹਨਾਂ ਨੂੰ ਜੀਵਨ ਦੇ ਵਿੱਚ ਹਰ ਥਾਂ 'ਤੇ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ। ਹੁਣ ਸਤਿਗੁਰੂ ਜੀ ਦਾ ਪਾਵਨ ਬਚਨ ਸਭ ਤੋਂ ਪਹਿਲੋਂ ਇਹ ਹੈ, ਆਗੈ ਸੁਖ ਮੇਰੇ ਮਿਤਾ, ਪਾਛੇ ਆਨੰਦ ਪ੍ਰਭ ਕੀਤਾ। ਕਿੰਦੇ ਅੱਗੇ ਸੁੱਖ ਹੈ ਤੇ ਕਿੰਦੇ ਪਿੱਛੇ ਆਨੰਦ ਹੈ। ਭਾਵੇਂ ਦੇਖੋ ਟੀਕਾਕਾਰਾਂ ਨੇ ਅਰਥ ਕੀਤੇ ਨੇ, ਆਗੇ ਦਾ ਅਰਥ ਕਰਦੇ ਨੇ ਅੱਗੇ ਆਉਣ ਵਾਲਾ ਸਮਾਂ। ਹੇ ਮੇਰੇ ਮਿੱਤਰ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸੁੱਖ ਪੈਦਾ ਹੋ ਜਾਣਗੇ ਜਾਂ ਅੱਗੇ ਆਉਣ ਵਾਲੇ ਜਨਮ ਦੇ ਵਿੱਚ ਸੁੱਖ ਮਿਲ ਜਾਣਗੇ, ਜਿਹੜਾ ਕਦੇ ਕਿਸੇ ਨੇ ਦੇਖੀ ਨਹੀਂ। ਪਾਛੇ ਆਨੰਦ ਪ੍ਰਭ ਕੀਤਾ, ਪਿੱਛੇ ਲੰਘ ਸੁੱਕਿਆ ਸਮਾਂ ਜਾਂ ਪਿਛਲਾ ਬੀਤ ਚੁੱਕਿਆ ਜਨਮ, ਉਹਦੇ 'ਚ ਆਨੰਦ ਹੋ ਜਾਏਗਾ। ਹੁਣ ਇਹ ਵਿਚਾਰ ਵਾਲੀ ਗੱਲ ਹੈ ਕਿ ਜਿਹੜਾ ਸਮਾਂ ਲੰਘ ਚੁੱਕਿਆ ਹੈ ਉਹਦੇ 'ਚ ਆਨੰਦ ਕਿਵੇਂ ਪੈਦਾ ਹੋ ਜਾਏਗਾ। ਜਿਹੜਾ ਕੱਲ੍ਹ ਦਾ ਦਿਨ ਲੰਘ ਗਿਆ ਹੈ ਉਹ ਭਾਵੇਂ ਖੁਸ਼ੀ 'ਚ ਲੰਘਿਆ ਹੈ, ਗਮੀ 'ਚ ਲੰਘਿਆ ਹੈ, ਸੁੱਖ 'ਚ ਲੰਘਿਆ ਜਾਂ ਦੁੱਖ 'ਚ, ਉਹ ਤਾਂ ਲੰਘ ਹੀ ਗਿਆ। ਹੁਣ ਉਹਦੇ ਵਿੱਚ ਸੁੱਖ ਕਿਵੇਂ ਪੈਦਾ ਹੋ ਜਾਏ, ਆਨੰਦ ਕਿਵੇਂ ਪੈਦਾ ਹੋ ਜਾਏ। ਦੇਖੋ, ਜਦੋਂ ਵਿਚਾਰ ਕਰੀਏ ਤਾਂ ਭਾਵ ਅਰਥ ਹੈ ਕਿ ਅਸਲ ਵਿੱਚ ਗੁਰੂ ਸਾਹਿਬ ਜੀ ਵਰਤਮਾਨ ਦੀ ਹੀ ਗੱਲ ਕਰਦੇ ਨੇ। ਅੱਗੇ ਕੀ ਹੈ ਤੇ ਪਿੱਛੇ ਕੀ ਹੈ। ਅਸਲ ਵਿੱਚ ਮਨ ਜਿਹੜਾ ਹੈ, ਮਨ ਦੇ ਅੱਗੇ ਹੈ ਇਹ ਤਨ, ਸਰੀਰ, ਔਰ ਇਸ ਮਨ ਦੇ ਪਿੱਛੇ ਹੈ ਜਿਹਨੂੰ ਆਤਮਾ ਕਿਹਾ ਜਾਂਦਾ ਹੈ। ਹੁਣ ਇਹਦਾ ਭਾਵ ਅਰਥ ਇਹ ਹੈ ਕਿ ਆਤਮਿਕ ਸੁੱਖ ਵੀ ਮਿਲ ਜਾਣਗੇ ਤੇ ਸਰੀਰਕ ਸੁੱਖ ਵੀ ਮਿਲ ਜਾਣਗੇ। ਮਨ ਵਿਚਕਾਰ ਹੈ, ਅੱਗੇ ਤਨ ਹੈ, ਪਿੱਛੇ ਆਤਮਾ ਹੈ।
ਔਰ ਇਹ ਸੁੱਖ ਵਰਤਮਾਨ ਦੇ ਵਿੱਚ ਹੀ ਨੇ, ਕਿਉਂਕਿ ਜੇ ਵਰਤਮਾਨ ਦੇ ਵਿੱਚ ਸੁੱਖ ਨਹੀਂ ਤਾਂ ਫਿਰ ਕਿਤੇ ਵੀ ਸੁੱਖ ਨਹੀਂ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ, ਸਾਨੂੰ ਸਮਝਾਇਆ ਹੈ ਅਸਲ ਵਿੱਚ ਮਨੁੱਖ ਦੁਨੀਆ ਦੇ ਵਿੱਚ ਬਹੁਤੇ ਕਾਰਜ ਜਦੋਂ ਕਰਦਾ ਇਸੇ ਕਰਕੇ ਹੈ ਕਿ ਸੁੱਖ ਮਿਲ ਜਾਣਾ, ਆਉਣ ਵਾਲੇ ਸਮੇਂ 'ਚ ਸੁੱਖ ਮਿਲ ਜਾਣਾ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇੱਕ ਪਾਵਨ ਬਚਨ ਹੈ, ਫਿਰ ਵੀ ਸਾਰੀ ਦੁਨੀਆ ਦੁਖੀ ਕਿਉਂ ਹੈ? ਕਿਉਂਕਿ ਸਤਿਗੁਰੂ ਜੀ ਨੇ ਕਿਰਪਾ ਕੀਤੀ, ਸਾਰਾ ਜਗਤ ਹੀ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ। ਹਰ ਕੋਈ ਯਤਨ ਕਰਦਾ ਹੈ, ਇਸ ਕਰਕੇ ਕਰਦਾ ਕਿ ਮੈਨੂੰ ਸੁੱਖ ਮਿਲ ਜਾਏ, ਫਿਰ ਦੁੱਖ ਕਿਉਂ ਨੇ? ਕਿਉਂਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਨੂੰ ਸਮਝਾਇਆ, ਮਨੁੱਖ ਯਤਨ ਸਿਰਫ ਇਕੱਲੇ ਸੁੱਖਾਂ ਕਰਕੇ ਕਰਦਾ ਹੈ, ਦੁੱਖ ਵਾਸਤੇ ਕਦੇ ਯਤਨ ਕੀਤਾ ਹੀ ਨਹੀਂ। ਹੁਣ ਆਪਾਂ ਇਹ ਕਹਾਂਗੇ ਕਿ ਦੁੱਖ ਵਾਸਤੇ ਯਤਨ ਕਰਨਾ ਚਾਹੀਦਾ ਕਿ ਮੈਨੂੰ ਦੁੱਖ ਮਿਲ ਜਾਏ। ਦੇਖੋ ਸੌਖੀ ਜਿਹੀ ਉਦਾਹਰਨ ਆਪਣੇ ਘਰਾਂ ਪਰਿਵਾਰਾਂ 'ਚੋਂ ਜੇ ਲਈਏ, ਬੰਦਾ ਕੋਈ ਵੀ ਕੰਮ ਕਰਦਾ ਇਸ ਕਰਕੇ ਕਿ ਉਹਦੇ ਵਿੱਚੋਂ ਸੁੱਖ ਮਿਲੇ। ਕੋਈ ਬਿਜ਼ਨਸ ਸ਼ੁਰੂ ਕੀਤਾ ਇਸ ਕਰਕੇ ਕਿ ਉਹਦੇ ਵਿੱਚ ਰੁਪਈਆ ਪੈਸਾ ਆਵੇ, ਘਰ ਜਿਹੜਾ ਸੁੱਖ ਦੇ ਨਾਲ ਚੱਲੇ, ਸੁੱਖ ਸਹੂਲਤਾਂ ਮਿਲਣ। ਹਰ ਕੋਈ ਇਸੇ ਕਰਕੇ ਕਰਦਾ ਹੈ ਨਾ ਜੀ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਗੁਰੂ ਕੇ ਸਿੱਖਾਂ ਦੇ ਕੇ ਇਹ ਯਤਨ ਕਰਨਾ ਮਾੜਾ ਨਹੀਂ, ਪਰ ਇਹਦੇ ਨਾਲ ਇੱਕ ਯਤਨ ਹੋਰ ਰੱਖ ਕਿ ਜਿਹੜਾ ਤੂੰ ਕੰਮ ਸ਼ੁਰੂ ਕੀਤਾ ਇੱਥੋਂ ਸੁੱਖ ਜੇ ਨਾ ਮਿਲਿਆ, ਜੇ ਘਾਟਾ ਪੈ ਗਿਆ, ਫਿਰ ਕੀ ਕਰੇਗਾ? ਉਹਦੇ ਵਾਸਤੇ ਵੀ ਤਿਆਰੀ ਤੈਨੂੰ ਰੱਖਣੀ ਚਾਹੀਦੀ। ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਯਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕੀਓ ਨਾ ਕੋਏ। ਕਿ ਇਸ ਮਨ ਨੂੰ ਇੰਨਾ ਕੁ ਤਿਆਰ ਕਰ, ਜੇ ਦੁੱਖ ਆ ਜਾਵੇ ਤੇ ਦੁੱਖਾਂ ਦਾ ਮੁਕਾਬਲਾ ਕਿਵੇਂ ਕਰਨਾ ਹੈ। ਅਸਲ ਵਿੱਚ ਅੱਗੇ ਪਿੱਛੇ ਸੁੱਖ ਤਾਂ ਹੋਣਗੇ। ਆਗੇ ਸੁੱਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਹੁਣ ਕਿਵੇਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਨੂੰ ਜੀਵਨ ਦੇ ਇੱਥੇ ਜਾਂਚ ਸਿਖਾਉਂਦੇ ਨੇ। ਭਾਵ ਇਹਦੇ ਅਰਥ ਇਹ ਵੀ ਕੀਤੇ ਗਏ ਕਿ ਅੱਗੇ ਆਉਣ ਵਾਲੇ ਸਮਾਂ, ਤੇ ਆਉਣ ਵਾਲਾ ਸਮਾਂ ਕੱਲ੍ਹ ਹੀ ਨਹੀਂ, ਅਗਲਾ ਜਨਮ ਹੀ ਨਹੀਂ, ਆਉਣ ਵਾਲਾ ਸਮਾਂ ਅਗਲਾ ਸਵਾਸ ਵੀ ਹੈ। ਆਗੇ ਸੁੱਖ ਮੇਰੇ ਮੀਤਾ, ਜਦੋਂ ਸਮਝ ਆ ਜਾਏਗੀ ਤੇ ਇਸ ਗੱਲ ਦੀ ਸਮਝ ਆ ਜਾਏਗੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ। ਇਹ ਕੇਵਲ ਅੱਖਰਾਂ ਵਾਲੀ ਸਮਝ ਨਹੀਂ, ਇਹਨੂੰ ਮਨ ਵੀ ਮੰਨ ਜਾਵੇ ਕਿ ਦੁੱਖ ਆਏਗਾ ਤੇ ਕੋਈ ਗੱਲ ਨਹੀਂ। ਫਿਰ ਸਤਿਗੁਰੂ ਜੀ ਕਹਿੰਦੇ ਨੇ ਅਗਲਾ ਜਿਹੜਾ ਸਵਾਸ ਆਉਣਾ ਉਹਦੇ ਵਿੱਚ ਸੁੱਖ ਹੀ ਹੋਵੇਗਾ। ਅਗਲਾ ਸਮਾਂ, ਅਗਲਾ ਸਵਾਸ, ਪਿੱਛੇ ਦਾ ਮਤਲਬ ਜਿਹੜਾ ਸਵਾਸ ਲੰਘ ਚੁੱਕਿਆ ਹੈ। ਕਿਉਂਕਿ ਜੇ ਵਰਤਮਾਨ ਵਾਸਤੇ ਮਨ ਨੂੰ ਇੰਨਾ ਕੁ ਤਿਆਰ ਕਰ ਦਈਏ ਕਿ ਨਹੀਂ, ਜੋ ਕੁਛ ਕਰੇ ਸੋ ਭਲਾ ਕਰ ਮਨ ਹੈ। ਜੇ ਸੁੱਖ ਦੇਹ ਤਾਂ ਤੁਝੇ ਆਰਾਧੇ, ਦੁੱਖ ਪੇ ਤੁਝੇ ਧਿਆਈ। ਮਨ ਨੂੰ ਇੰਨਾ ਕੁ ਤਿਆਰ ਕਰ ਲਵੇ ਤੇ ਜਿਹੜਾ ਸਵਾਸ ਹੁਣ ਬੀਤ ਗਿਆ ਹੈ ਉਹਦੇ ਵਿੱਚ ਵੀ ਸੁੱਖ ਹੈ, ਉਹਦੇ 'ਚ ਵੀ ਆਨੰਦ ਹੈ। ਆਗੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਏ, ਫਿਰ ਡੋਲਤ ਕਤੂ ਹੋ ਨਾਹੀ। ਅਸਲ ਵਿੱਚ ਜਦੋਂ ਮਨ ਸਮਝੇ ਬਣਾ ਲਵੇ ਕਿ ਪਰਮੇਸ਼ਰ ਨੇ ਬਣਤ ਬਣਾਈ ਹੈ, ਜੁਗਤ ਬਣਾਈ ਹੈ, ਜਦੋਂ ਇਸ ਗੱਲ ਦੀ ਸਮਝ ਆ ਜਾਵੇ ਫਿਰ ਮਨ ਕਦੇ ਡੋਲਦਾ ਹੀ ਨਹੀਂ। ਔਰ ਗੁਰੂ ਸਾਹਿਬ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਜਿਹੜੇ ਅੱਜ ਪਾਵਨ ਬਚਨ ਕਹੇ ਨੇ, ਇਹ ਕੇਵਲ ਸ਼ਬਦ ਦਾ ਹੀ ਕੇਂਦਰੀ ਭਾਵ ਨਹੀਂ, ਸਾਡੇ ਜੀਵਨ ਦਾ ਵੀ ਕੇਂਦਰੀ ਭਾਵ ਹੈ। ਸਾਚੇ ਸਾਹਿਬ ਸਿਓ ਮਨ ਮਾਨਿਆ। ਇਹ ਅੱਗੇ ਪਿੱਛੇ ਆਨੰਦ ਦੇ ਸੁੱਖ ਤੁਹਾਨੂੰ ਤਾਂ ਅਹਿਸਾਸ ਹੋਵੇਗਾ, ਤਾਂ ਪਤਾ ਲੱਗੇਗਾ ਜੇ ਮਨ ਮੰਨ ਜੇ। ਔਰ ਦੁਨੀਆ ਦੇ ਵਿੱਚ ਸਭ ਤੋਂ ਔਖਾ ਹੈ ਮਨ ਨੂੰ ਮਨਾਉਣਾ। ਮਨ ਮੰਨਦਾ ਨਹੀਂ, ਮਨ ਨੂੰ ਮਨਾਉਣਾ ਹੀ ਦੁਨੀਆ ਦਾ ਸਭ ਤੋਂ ਔਖਾ ਕਾਰਜ ਹੈ। ਔਰ ਇਸ ਮਨ ਨੂੰ ਆਤਮਿਕ ਜੀਵਨ ਦੇ
ਲਈ ਦੁਸ਼ਮਣ ਵੀ ਕਿਹਾ ਗਿਆ ਹੈ, ਵੈਰੀ ਵੀ ਕਿਹਾ ਗਿਆ ਹੈ। ਪਰ ਬਾਬਾ ਕਬੀਰ ਜੀ ਕਹਿੰਦੇ ਨਹੀਂ ਦੁਨੀਆ ਦੇ ਲੋਕੋ, ਜਿੱਦਣ ਇਹ ਮਨ ਮੰਨ ਗਿਆ ਨਾ ਤੇ ਸੱਚ ਜਾਣੋ, ਇਹ ਤਾਂ ਮਨ ਵਰਗਾ ਤੇ ਮਿੱਤਰ ਹੀ ਕੋਈ ਨਹੀਂ। ਕਿਉਂਕਿ ਮਨ ਨੂੰ ਰੋਕਣਾ ਨਹੀਂ, ਇਹਨੂੰ ਚੱਲਣ ਦੇਣਾ, ਬਸ ਇਹਨੂੰ ਸਿੱਧੇ ਰਾਹ ਤੇ ਪਾ ਕੇ ਰੱਖਣਾ ਹੈ, ਇਹਨੂੰ ਸ਼ਬਦ ਦੀ ਲਗਾਮ ਪਾ ਕੇ ਰੱਖਣੀ ਹੈ। ਗੁਰ ਸ਼ਬਦੀ ਇਹ ਮਨ ਹੂੜੀ ਹੈ। ਭੱਟ ਚਾਂਦ ਜੀ ਤੋਂ ਪਾਵਨ ਬਚਨ ਲੈਣਾ ਜੀ, ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੂੜੀ ਹੈ। ਔਰ ਫਿਰ ਬੇਨਤੀ ਕਰਦੇ, ਇਹ ਪਾਵਨ ਪੰਕਤੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਨਹੀਂ, ਇਹ ਬਾਹਰ ਦੇ ਇੱਕ ਦੋਹਰਾ ਹੈ ਜਿਹੜਾ ਭੱਟ ਚਾਂਦ ਜੀ ਨੇ ਉਚਾਰਨ ਕੀਤਾ ਹੋਇਆ ਹੈ ਕਿ ਭਾਈ ਮਨ ਨੂੰ ਰੋਕਣਾ ਨਹੀਂ। ਬਾਬਾ ਕਬੀਰ ਜੀ ਕਹਿੰਦੇ ਨੇ ਮਨ ਹੀ ਮਨ ਸੋ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਵੀ ਮਨ ਵਰਗਾ ਮਿੱਤਰ ਕਿਹੜਾ ਪਈ, ਪਰ ਇਹਨੂੰ ਮਨਾ ਲੈ। ਇਹ ਮੰਨ ਜਾਏ ਕਿ ਹਾਂ ਰੱਬ ਹੈ, ਇਹ ਮੰਨ ਜਾਏ ਕਿ ਸਭ ਕੁਝ ਕਰਨ ਵਾਲਾ ਰੱਬ ਹੈ, ਇਹ ਮੰਨ ਜਾਏ ਕਿ ਰੱਬ ਦੇ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੁੰਦਾ। ਹੁਣ ਜੇ ਪਰਮੇਸ਼ਰ ਦੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੁੰਦਾ ਤੇ ਇਹਦੇ ਅਰਥ ਕਿਤੇ ਇਹ ਵੀ ਨਾ ਸਮਝ ਲਈਏ ਕਿ ਸਾਨੂੰ ਫਿਰ ਕੁਝ ਕਰਨ ਦੀ ਲੋੜ ਕਿਉਂ ਹੈ। ਦੇਖੋ ਦੁਨੀਆ ਵਿੱਚ ਬਹੁਤ ਸਾਰੇ ਐਸੇ ਮਿਲਦੇ ਨੇ ਜਿਹੜੇ ਕੁਝ ਨਹੀਂ ਕਰਦੇ, ਤੇ ਜੋ ਕੁਝ ਕਰਨ ਵਾਸਤੇ ਪ੍ਰੇਰਨਾ ਕੋਈ ਦੇਵੇ, ਕਹਿੰਦੇ ਆਪੇ ਰੱਬ ਆਪੇ ਗੁਰੂ ਕਰੇਗਾ। ਪਰ ਗੁਰੂ ਨੇ, ਗੁਰੂ ਕੇ ਸਿੱਖਾ, ਸਾਰੀ ਗੱਲ ਤੇਰੇ ਤੇ ਛੱਡੀ ਹੈ ਕਿ ਉਦਮ ਤੂੰ ਕਰ ਕਮਾ ਤੂੰ, ਉਦਮ ਕਰਿੰਦਿਆਂ ਕਮਾਉਂਦਿਆਂ ਸੁਖ ਪੁੰਜ। ਪਰ ਜੇ ਤੂੰ ਸਾਰਾ ਕੁਝ ਛੱਡ ਦੇ ਕਿ ਸਾਨੂੰ ਕੁਝ ਕਰਨ ਦੀ ਲੋੜ ਨਹੀਂ, ਤੂੰ ਉਦਮ ਕਰ। ਔਰ ਹਰ ਇੱਕ ਸਿੱਖ ਨੂੰ ਕਰਨਾ ਚਾਹੀਦਾ ਹੈ। ਹਾਂ, ਉਦਮ ਦੇ ਨਾਲ ਇੱਕ ਹੋਰ ਚੀਜ਼ ਹੈ ਜਿਹੜੀ ਜਿਹਨੂੰ ਕਿਸਮਤ ਕਿਹਾ ਜਾਂਦਾ, ਭਾਗ ਕਿਹਾ ਜਾਂਦਾ ਹੈ ਕਿ ਉਦਮ ਤੂੰ ਕਰ, ਅੱਗੇ ਤੇਰੇ ਭਾਗਾਂ ਵਿੱਚ ਹੋਏਗਾ, ਤੈਨੂੰ ਮਿਲੇਗਾ। ਪਰ ਦੇਖੋ ਉਦਮ ਜਿਹੜਾ ਕਰਨਾ ਹੈ ਨਾ, ਉਹ ਇਹ ਕਹਿੰਦੇ ਕਿ 99% ਤੂੰ ਆਪ ਹੀ ਕਰਨਾ ਹੈ। ਉਹਦੇ 'ਚ 0.5% ਨਾਲੋਂ ਉਸ ਤੋਂ ਘੱਟ ਨਾਲੋਂ ਉਹ ਤੇਰੇ ਭਾਗ ਨੇ, ਤੈਨੂੰ ਮਿਲ ਜੇ। ਕਿਉਂਕਿ ਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਤੂੰ ਉਦਮ ਕਰ। ਬਿਲਕੁਲ ਇਸੇ ਤਰ੍ਹਾਂ ਜਿਵੇਂ 99 ਕਿਲੋ ਕਿ 99.5 ਕਿਲੋ ਦੁੱਧ ਹੋਵੇ ਤੇ ਉਹਦੇ 'ਚ ਜੇ ਜਾਗ ਲਾਉਣੀ ਪਵੇ ਤਾਂ ਮੇਰੇ ਖਿਆਲ 0.5 ਕਿਲੋ ਵੀ ਜ਼ਿਆਦਾ ਹੀ ਹੋਵੇਗੀ, ਥੋੜ੍ਹੀ ਜਿਹੀ ਚਾਹੀਦੀ ਹੈ, ਬਸ ਇੰਨੇ ਕੁ ਕਿਸਮਤ ਚਾਹੀਦੀ ਹੈ। ਕਿਉਂਕਿ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ, ਚੀਜ਼ਾਂ ਤੇ ਦੋਵੇਂ ਚਾਹੀਦੀਆਂ ਨੇ। ਦੋ ਮਿਲ ਕਾਰਜ ਉਪਜੈ ਰਾਮ ਨਾਮ ਸੰਜੋਗ। ਜੇ ਮਨ ਨੂੰ ਮਨਾਉਣਾ ਹੈ ਤੇ ਦੋਵੇਂ ਗੱਲਾਂ ਚਾਹੀਦੀਆਂ ਨੇ, ਦੋਵੇਂ ਚੀਜ਼ਾਂ, ਉਦਮ ਵੀ ਚਾਹੀਦਾ ਹੈ, ਭਾਗ ਵੀ ਚਾਹੀਦਾ ਹੈ। ਕਿਉਂਕਿ ਸਤਿਗੁਰੂ ਜੀ ਜਿਸ ਸਾਨੂੰ ਉਦਾਹਰਨਾਂ ਦਿੱਤੀਆਂ, ਕੱਪੜੇ ਨੂੰ ਧੋਣਾ ਹੋਵੇ ਤਾਂ ਦੋਵੇਂ ਚੀਜ਼ਾਂ ਚਾਹੀਦੀਆਂ ਨੇ ਜੀ, ਸਾਬਣ ਵੀ ਚਾਹੀਦਾ, ਪਾਣੀ ਵੀ ਚਾਹੀਦਾ ਹੈ। ਕੱਲਾ ਸਾਬਣ ਰਗੜੀ ਜੋ ਸੁੱਕੇ ਸਾਬਣ ਨਾਲ ਕੱਪੜਾ ਤਾਂ ਨਹੀਂ ਸਾਫ਼ ਹੋਣਾ। ਪਾਣੀ ਦੇ ਵਿੱਚ ਜਿੰਨਾ ਮਰਜ਼ੀ ਕੁੱਟੀ ਜਾਉਂਦੀ, ਅਸਲ ਵਿੱਚ ਮੈਲ ਤਾਂ ਨਹੀਂ ਨਿਕਲਦੀ। ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਹੁਣ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਦੋਵੇਂ ਚੀਜ਼ਾਂ ਨਾ ਹੋਣ, ਉਦਮ ਬੜਾ ਹੋਵੇ ਤੇ ਭਾਗ ਹੋਵੇ ਨਾ, ਐਸਾ ਮਿਲਦੇ ਨੇ ਬਹੁਤ। ਤੇ ਫਿਰ ਕੀ ਕਰਨਾ ਚਾਹੀਦਾ? ਅਰਦਾਸ। ਤੇ ਉਹ ਅਰਦਾਸ ਉਦੋਂ ਹੀ ਨਿਕਲਣੀ ਹੈ ਜਿਹੜੀ ਕੇਵਲ 2-4 ਸਕਿੰਟ ਦੀ ਹੁੰਦੀ ਹੈ, ਉਹ ਮਿੰਟਾਂ ਦੀ, ਘੰਟਿਆਂ ਦੀ ਲੰਬੀ ਨਹੀਂ, ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਬਿਰਥੇ ਕਦੇ ਨਾ ਹੋਵੇ ਜਨ ਕੀ ਅਰਦਾਸ। ਉਦਮ ਕਰਦਿਆਂ ਹੋਇਆ ਜੇ ਭਾਗ ਨਹੀਂ ਤੇ ਫਿਰ ਅਰਦਾਸ ਕਰ, ਉਹ ਭਾਗ ਮੇਰਾ ਗੁਰੂ ਬਣਾਏਗਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਉਹ ਭਾਗ ਉਦੋਂ ਬਣਨੇ ਨੇ ਜਦੋਂ ਮਨ ਮੰਨ ਗਿਆ ਸੱਚਮੁੱਚ। ਸਾਚੇ ਸਾਹਿਬ ਸਿਓ ਮਨ ਮਾਨਿਆ। ਤੇ ਮਨ ਜਿਹੜਾ ਮਨਾਉਣਾ ਹੈ ਤੇ ਔਖਾ ਨਾ। ਦੇਖੋ ਕਿਸੇ ਦੇ ਘਰ ਕੋਈ ਦੁੱਖ ਮੁਸੀਬਤ ਹੋਵੇ, ਔਰ ਖਾਸ ਕਰਕੇ ਜਦੋਂ ਕਿਤੇ ਮੌਤ ਹੋ ਜਾਏ, ਕਿਸੇ ਨੂੰ ਬਿਜ਼ਨਸ ਵਿੱਚ ਬਹੁਤ ਜ਼ਿਆਦਾ ਘਾਟਾ ਪੈ ਜਾਏ, ਤੇ ਆਪਾਂ ਭੈਣ ਭਰਾ ਇਕੱਠੇ ਹੋ ਕੇ ਜਾਂਦੇ ਹਾਂ ਨਾ ਵੀ ਹੌਸਲਾ ਦਈਏ, ਉਹਨੂੰ ਹੌਸਲਾ ਦੇਣ ਤੇ ਜਾਂਦੇ। ਪਰ ਜਦੋਂ ਆਪਣੇ ਘਰ ਵਿੱਚ ਵਾਪਰੇ
फिर पता लगता कि हाँ गल सुन तो जरूर लो, किसी की हौसला देना है सुन तो जरूर लो, पर हौसला आउंदा कित्थे है। वो तो जो अपने नाल वापरे पता फिर लगता है। मन नूं मनाउणा है, अपने नूं मनाउणा है बड़ा औखा। तो जो मन मन जे फिर मन्निया होया मन सचमुच पढ़ता ही नहीं, केवल अखर ही नहीं पढ़ता, इस गल नूं मनदा भी है कि तेरा किया मीठा लागै, हर नाम पदार्थ नानक मंगै। ते मन्ने हुए मन वाले दुनिया दे विच बहुते ते नहीं, पर यह भी नहीं कि बिल्कुल है ही नहीं, क्योंकि जो गुरु ग्रंथ साहिब जी जुगो जुग अटल ने, गुरु ग्रंथ साहिब जी के सिख गुरु नूं मनण वाले, वो सिख भी तो जुगो जुग अटल ने ना जी। गुरु साहिब ने पावन बचन कहे ने, भावें हैण विरले ना ही घणे, फैल पकड़ संसार पर, वो सिख है तो अज भी करोड़ों चो एक होएगा, करोड़ों च नहीं अरबों चो एक होएगा, पर है जरूर। हुण जिंदा मन मन्निया है, देखो साखियां से बड़ियां पढ़ लांगे। भाई भिखारी जी वो सतगुरु का सिख है, और गुरु का सिख जो सतगुरु जी को सवाल करता है कि सतगुरु जी ऐसा तुहाडा कोई सिख है भी, जिंदा मन मन्निया होवे, जिहड़ा रब दे कीते होए नूं मिठा करके मनदा होवे, पढ़दे तो सारे ने। तो जो गुरु साहिब जी कहते जे तसल्ली करनी, फिर भाई भिखारी कोल जा। और साखे आप जी जानते हो, भाई भिखारी जी उनके पुत्र का घर विच विआह है, लोग उत्थे ढोलकियां वजा रहे हैं, लोग नवे नवे कपड़े पा रहे हैं, बड़े खुश ने। और जदों जाकर देखा भाई भिखारी जी एक पासे बैठा होया पाटा या तप्पड़ सी रहा है। और जिहड़ा सिख पता करने गया सी, जो भाई भिखारी नूं मिलिया, मन में शंका होर पैदा हो गई कि ये जे घर दे विच विआह है, खुशियां ते रब दा कीता होया जे मिठा करके मनदा है, तो फिर जिथे सारे खुश ने नूं खुश होना चाहिए। ये विआह भी तो रब ने रचिया है। तो जो भाई भिखारी नूं जाके सवाल किया कि सारे इन्ने खुश ने, तू एक पासे बैठा टप्पड़ सी रहा है। हुण भाई भिखारी जी उत्थे थोड़ा जिहा मुस्कुराए, कहते भाई तू लंगर पानी छक, अब देख जलेबियां बड़ियां ने, मैं भी छकनियां ने, कल बरात चढ़दी मैं भी कपड़े धोते हुए नवे पा के जावांगा, पर क्योंकि ये काम आउणा है, खुशियां दे विच मैं शामिल होना है। और अगले दिन जदों घर दे विच नूं विआह के लिया, आउंदिआं नाल पुत्तर की मौत हो गई, तो इस सिख के मन में सगों शंका होर पैदा हो गई सी कि जे भाई भिखारी नूं पता सी मेरे पुत्र ने मर जाना, फिर विआह होण ही क्यों दिता। पर वो रब के भाणे दे विच रहण वाला भाई भिखारी जिद्दण विआह सी, उदण भी उस तरह है। जिहड़ा तप्पड़ सींदा पिया सी, अज उस तप्पड़ उत्ते बैठे ने लोग भी बैठे ने, भाई भिखारी अज भी उस तरह बैठा है। असल विच ये है कि आगे सुख मेरे मीता, क्योंकि वो दुख नूं दुख मनदा ही नहीं, सुख नूं सुख भी नहीं मनदा। वो दुख नूं भी उस तरह ही मनदा है, तो सुख नूं भी उस तरह ही मनदा है, क्योंकि उन्हें केवल गुरु साहिब की बाणी पढ़ी नहीं ना कि जो ना दुख मैं दुख नहीं मनना। हुण सुख तो उत्थे होवेगा जिहड़ा दुख नूं मन्ने ही ना। तो जे कोई ये कहे कि मनुखा शरीर है, घर परिवार है, तो इहदे विच दुख कदी आवे ही ना, ये तो नहीं हो सकता, क्योंकि हमेशा दुख नहीं रहिंदा, हमेशा सुख भी नहीं रहिंदा। ये रब ने बनत ऐसी बनाई है, इहदे विच सुख दुख आउणा ही है। पर गुरु साहिब जी कहते हैं जदों मन मन जे, तो फिर वो मन्निया होया मन इस गल नूं स्वीकार भी करता है। मन मन जे, इहदियां निशानियां की ने? असल में जिंदा मन मनता है, वो फिर गुरु की बाणी पढ़ के गुरु के गुणों को अपने जीवन में धारण करता है। और खास करके 5 गुण दसे जाते हैं, सत संतोख दया धर्म ते धीरज। क्योंकि कह तो मैं भी दिते सुन आप भी ले,
ये जिहड़े गुण ने सिर्फ कहण वाले ते सुनने वाले नहीं, अखरां वाले नहीं, ये सचमुच जिन्हां ने अपने अंदर धारण किए ने, सत नूं धारण किया है, संतोख दे विच सचमुच रहिंदे ने, जिन्हां दे अंदर दया है। तो जे कोई बंदा होवे धर्मी अंदर दया नाम की चीज़ कोई ना हो तो पखंडी तो हो सकता पर धर्मी नहीं हो सकता, क्योंकि गुरु साहब जी ने धर्म शुरू किए इत्थों है कि जे दया है तो धर्म है। धौल धर्म दया का पूत, ये धर्म ते दया का पुत्र है, दया माँ है। तो जे माँ ही नहीं तो पुत्र का जन्म होना कितों है। और देखो एक बड़ी वड्डी साडे विच एक वहम कह लीए, भरम कह लीए, धर्म के नाम तो दुनिया लड़ रही है, पता नहीं किन्ने को धर्म। और गुरु साहब की बाणी असीं पढ़ते भी हाँ, 10वें पातशाह धन गुरु कलगीधर पातशाह जी के पावन वचन पढ़ते भी हाँ। धन गुरु नानक देव सच्चे पातशाह कहते हैं भाई इको ही धर्म है, वो धर्म है मनुख का धर्म। गुरु कलगीधर पातशाह जी के वचन पढ़ने हम, मानस की जात सब एक पहचान, मनुखता ही धर्म है। और धर्म के नाम तो दुनिया लड़ रही है। खैर गुरु साहब जी कृपा करते हैं, असल में जे अंदर दया है तो तू धर्मी है। ये गुण अंदर धारण कर, सच्चे साचे साहिब सो मन मानिया। ये असल में आने उदन ने जिदन मन मन गया। और मन मन जे तो फिर बाबा कबीर जी का पावन वचन कई बार आप जी नाल साझा किया है। मन मने की निशानी की है कि दुनिया के लोग बिल्कुल नहीं मनणगे। दुनिया के लोग तेनों पागल भी कहेंगे, तेनों दुनिया तो वखरा झल्ला भी कहेंगे। और दुनिया के लोगों ने कहा भी, धन गुरु नानक साहब जी ने तो भूतना भी कह दिता सी, बेताला भी कह दिता सी, क्योंकि दुनिया के विच रले नहीं ना। गुरु साहब ने पावन वचन कहे ने कि भगता तै संसारियां जोड़ कदे ना आया। जोड़ आवे किवें? क्योंकि भगतां दा मन मन गया। तो दुनिया का मन असल में सुनता जरूर है, उतों तो कहते जरूर ने रब सारिया थावां ते, पर मनदा नहीं ना। और इस मन को समझाने के वास्ते बंदा यतन बड़े करता। मन गुरु साहब जी कहते हैं असल में एक चिक्कड़ की तरह है, तिलकण की तरह है। जिवें चिक्कड़ दे विच कोई पता नहीं पैर कदों तिलक जाए, बंदा लंघ जाए तो सारा लंघ जाए, जे किते पैर तिलके तो फिर संभलता कोई नहीं। सतगुरु का पावन वचन है कि मन खुटहर तेरा नहीं विसासा तो महा उदमादा। खुटहर खोता गधा, कि मन तो गधे की तरह है। जिवें गधे या यकीन नहीं ना किया जा सकता, वो किसी भी वेले दलत्ती मार दे, यकीन तेरा भी नहीं किया जा सकता। और गुरु साहब जी कहते हैं वो गधे का जिहड़ा मालक असल में वो जानता है, जो वेखिए कि दोवें पैर अगला तो पिछला बन के रखता है कि भाई इहदे ते तैनूं दया नहीं होती, इनू खोल दे। क्योंकि जिन्हें रखिया वो जानता जो खोलांगा दलत्ती सब तो पहलों मेरे मुँह तो वजनी है। वो कहते खोलांगा जरूर, पर खोलांगा उदों जो कहते मन 2 मन उत्ते मिट्टी लद दिया, 4 मन उत्ते भार होएगा तो फिर खोलांगा, फिर ठीक रहेगा। ये मन भी बिल्कुल उस तरह का है। गुरु के शब्द का उत्ते वजन होवे, गुरु के शब्द के उत्ते डोर होवे, इस मन को असल में मनाउण दे वास्ते मनेगा ताई, इस सीधे राह ते चलेगा ताई। हुण सतगुरु जी ने कृपा करके अज समझाया, कहते साचे साहिब सो मन मानिया, हर सरब निरंतर जानिया। जदों मन मन जे उस हरि नूं हर, हुण हर शब्द रब दे लई वरते है। रब की है? उन्होंने कोई भी नाम दे लो, वाहिगुरु कह लो, अकाल पुरख कह लो, अल्लाह कह लो, खुदा कह लो, राम कह लो, है तो एक।
ਹਰ ਸਰਬ ਨਿਰੰਤਰ ਜਾਣਿਆ, ਫਿਰ ਸਾਰੀਆਂ ਥਾਵਾਂ 'ਤੇ ਜਦੋਂ ਉਹਨੂੰ ਜਾਣਿਆ, ਤੇ ਜੇ ਨਹੀਂ ਜਾਣਿਆ ਮਨ ਹਜੇ ਵੀ ਇਸ ਪਾਸੇ ਕਿ ਇਹ ਹਿੰਦੂ, ਇਹ ਮੁਸਲਮਾਨ, ਮੈਂ ਫਲਾਣਾ, ਇਹ ਮੇਰ ਤੇਰ ਦੇ ਵਿੱਚ ਜਦੋਂ ਤੱਕ ਵੰਡਿਆ ਸਮਝੋ ਮਨ ਮੰਨੀ ਨਹੀਂ। ਫਿਰ ਹਰ ਸਰਬ ਨਿਰੰਤਰ ਜਾਣੀ ਨਹੀਂ। ਫਿਰ ਕੇਵਲ ਪੜ੍ਹਿਆ ਤੇ ਜ਼ਰੂਰ ਹੈ ਕਿ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਇਹ ਪੜ੍ਹਿਆ ਤੇ ਜ਼ਰੂਰ ਹੈ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਜੇ ਇੱਕ ਨੂਰ ਤੋਂ ਸਾਰੇ ਪੈਦਾ ਹੋਏ ਨੇ ਫਿਰ ਮਾੜਾ ਚੰਗਾ ਕਿਹੜਾ ਜੀ? ਜੇ ਸਾਰਿਆਂ ਦੇ ਵਿੱਚ ਰੱਬ ਹੈ ਫਿਰ ਮਾੜਾ ਕੋਈ ਨਹੀਂ। ਹਾਂ, ਬਾਬਾ ਕਬੀਰ ਜੀ ਕਹਿੰਦੇ ਨੇ ਜੇ ਮਾੜਾ ਕਹਿਣਾ ਹੈ ਤੇ ਫਿਰ ਆਪਣੇ ਅੰਦਰ ਝਾਤ ਮਾਰ ਕਿ ਮੇਰੇ ਵਰਗਾ ਮਾੜਾ ਕੋਈ ਨਹੀਂ, ਬਾਕੀ ਸਾਰੇ ਚੰਗੇ ਨੇ। ਹੁਣ ਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਮਨ ਮੰਨ ਜੇ, ਸਾਚੇ ਸਾਹਿਬ ਸਿਓ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ, ਤੇ ਸਾਰੀਆਂ ਥਾਵਾਂ 'ਤੇ ਰੱਬ ਨੂੰ ਬੰਦਾ ਮੰਨਦਾ ਕਦੋਂ ਹੈ ਜੀ? ਦੇਖੋ ਜਿਹੜੇ ਬਹੁਤ ਪਹੁੰਚੇ ਹੋਏ ਨੇ, ਆਪਣੇ ਆਪ ਨੂੰ ਬਹੁਤ ਧਰਮੀ ਅਖਵਾਉਂਦੇ ਨੇ, ਉਹ ਮੰਨ ਲੈਣਗੇ, ਰੱਬ ਨੂੰ ਮੰਨ ਲੈਣਗੇ, ਪਰ ਉੱਥੇ ਉੱਥੇ ਮੰਨਣਗੇ ਜਿੱਥੋਂ ਜਿੱਥੋਂ ਸੁੱਖ ਮਿਲਦਾ ਹੈ। ਜਿਹੜਾ ਬੰਦਾ ਸਾਹਮਣੇ ਖੜੋ ਕੇ ਗਾਲਾਂ ਕੱਢਦਾ ਹੋਵੇ, ਦੁਖੀ ਕਰਦਾ ਹੋਵੇ, ਉਹਦੇ 'ਚ ਰੱਬ ਕਿਵੇਂ ਮੰਨਦੀ ਹੈ? ਬੜਾ ਔਖਾ। ਗੁਰੂ ਸਾਹਿਬ ਜੀ ਕਹਿੰਦੇ ਸਾਰਿਆਂ ਵਿੱਚ ਹੈ ਕਿ ਜਿਹੜਾ ਸਾਨੂੰ ਦੁਸ਼ਮਣ ਲੱਗਦਾ ਹੋਵੇ, ਜਿਹੜਾ ਸਾਹਮਣੇ ਖਲੋ ਕੇ ਗਾਲਾਂ ਕੱਢਦਾ ਹੋਵੇ, ਜਿਹੜਾ ਸਾਨੂੰ ਚੰਗਾ ਨਾ ਲੱਗਦਾ ਹੋਵੇ, ਉਹਦੇ 'ਚ ਰੱਬ ਮੰਨ ਲੈਣਾ। ਅਸਲ ਵਿੱਚ ਜਦੋਂ ਮਨ ਮੰਨੇਗਾ ਨਾ ਉਦੋਂ ਮੰਨਿਆ ਜਾਣਾ ਹੈ, ਨਹੀਂ ਤੇ ਮੇਰ ਤੇਰ ਕਦੇ ਖਤਮ ਹੋਣੀ ਨਹੀਂ। ਬਾਬਾ ਕਬੀਰ ਜੀ ਕਹਿੰਦੇ ਨੇ ਇਹ ਜਦੋਂ ਅੰਦਰ ਵਾਲੀ ਮੈਂ ਮਿਟ ਗਈ ਨਾ, ਕੁਝ ਨਾ ਆਵੇ, ਜਦੋਂ ਬਸ ਕੇਵਲ ਤੂੰ ਕਰਨਾ ਆ ਜੇ, ਉਦੋਂ ਹਰ ਸਰਬ ਨਿਰੰਤਰ ਜਾਣਿਆ, ਸਾਰੀਆਂ ਥਾਵਾਂ 'ਤੇ ਉਦੋਂ ਜਾਣਾਂਗੇ। ਬਾਬਾ ਕਬੀਰ ਜੀ ਦਾ ਬਚਨ ਆਪਾਂ ਪੜ੍ਹਦੇ ਜ਼ਰੂਰ ਹਾਂ ਕਿ ਤੂੰ ਕਰਤਾ ਤੂੰ ਹੁਆ, ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਤੇ ਜਦੋਂ ਆਪਣਾ ਪਰਾਇਆ ਅੰਦਰੋਂ ਮਿਟੇ ਹੀ ਨਾ, ਫਿਰ ਸਰਬ ਨਿਰੰਤਰ ਕਿੱਥੋਂ ਜਾਣਾਂਗੇ? ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿੰਦੇ ਸਾਚੇ ਸਾਹਿਬ ਸਿਓ ਮਨ ਮਾਨਿਆ, ਹਰ ਸਰਬ ਨਿਰੰਤਰ ਜਾਣਿਆ, ਰਹਾਉ ਸਭ ਜੀ ਤੇਰੇ ਦਿਆਲਾ, ਆਪਣੇ ਭਗਤ ਕਰੈ ਪ੍ਰਤਪਾਲਾ। ਇਹ ਮੰਨਿਆ ਹੋਇਆ ਮਨ ਇਸ ਗੱਲ ਨੂੰ ਸਮਝਦਾ ਹੈ ਕਿ ਸਭ ਜੀ ਤੇਰੇ ਦਿਆਲਾ, ਰੱਬ ਜੀ ਤੂੰ ਦਇਆ ਕਰਨ ਵਾਲਾ, ਸਾਰੇ ਜੀ ਤੇਰੇ ਪੈਦਾ ਕੀਤੇ ਹੋਏ ਨੇ, ਤੇ ਜੇ ਸਾਰੇ ਤੇਰੇ ਨੇ ਫਿਰ ਮਾੜਾ ਕਿਹੜਾ ਹੈ? ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਫਿਰ ਤਾਂ ਮਾੜਾ ਕੋਈ ਵੀ ਨਹੀਂ। ਕਹਿੰਦੇ ਆਪਣੇ ਭਗਤ ਕਰੈ ਪ੍ਰਤਪਾਲਾ, ਤੂੰ ਪ੍ਰਤਪਾਲਣਾ ਸਾਰਿਆਂ ਦੀ ਕਰਨਾ ਹੈ, ਪਰ ਆਪਣੇ ਭਗਤ ਕਰੈ ਪ੍ਰਤਪਾਲਣਾ, ਭਗਤਾਂ ਦੇ ਵਿਸ਼ੇਸ਼ ਤੌਰ 'ਤੇ ਪ੍ਰਤਪਾਲਣਾ ਕਰਨਾ ਹੈ, ਖਾਸ ਤੌਰ 'ਤੇ। ਹੁਣ ਇੱਥੇ ਈਰਖਾ ਨਹੀਂ ਕਿ ਭਗਤਾਂ ਦੇ ਕਰਦਾ ਤੇ ਜਿਹੜੇ ਨਾਸਤਿਕ ਨੇ ਉਹਨਾਂ ਦੇ ਨਹੀਂ ਕਰਦਾ, ਕਿਉਂਕਿ ਜੇ ਅਕਿਰਤ ਘਣਾ ਦੇ ਨਾ ਕਰਦਾ ਹੋਵੇ ਤਾਂ ਗੁਰੂ ਸਾਹਿਬ ਨੇ ਪਾਵਨ ਬਚਨ ਇਹ ਬਾਣੀ ਦੇ ਵਿੱਚ ਕਦੇ ਨਹੀਂ ਸਨ ਵਰਤਨੇ ਕਿ ਅਕਿਰਤ ਘਣਾ ਕੋ ਪਾਲਦਾ। ਉਹ ਤੇ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੈ, ਉਹ ਸਾਡੇ ਦੁੱਖਾਂ ਨੂੰ ਪਾਪਾਂ ਨੂੰ ਵੇਖਦਾ ਵੀ ਪਰ ਫਿਰ ਵੀ ਦੇ ਰਿਹਾ ਹੈ। ਹਾਂ, ਆਪਣੇ ਭਗਤਾਂ ਨੂੰ, ਕਿਉਂਕਿ ਭਗਤ ਪਿਆਰੇ ਨੇ, ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਪਾਲਦਾ ਹੈ। ਔਰ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ ਨੇ, ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਜਦੋਂ ਤੋਂ ਯੁੱਗ ਪੈਦਾ ਹੋਏ, ਜਦੋਂ ਤੋਂ ਰੱਬ ਨੇ ਮਨੁੱਖ ਨੂੰ ਬਣਾਇਆ, ਉਦੋਂ ਤੋਂ ਭਗਤ ਬਣੇ, ਅਤੇ ਉਹਦਾ ਸੁਭਾਅ ਆਪਣੇ ਭਗਤਾਂ ਨੂੰ ਵਿਸ਼ੇਸ਼ ਤੌਰ 'ਤੇ ਰੱਖਦਾ ਹੈ। ਔਰ ਇਹ ਪਾਵਨ ਸ਼ਬਦ ਸਵੇਰੇ ਸ਼ਾਮੀ ਆਪਾਂ ਰੋਜ਼ ਹੀ ਪੜ੍ਹਦੇ ਸੁਣਦੇ ਹਾਂ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਜਦੋਂ ਤੋਂ ਭਗਤ ਪੈਦਾ ਕੀਤੇ ਉਦੋਂ ਤੋਂ ਰੱਖਦਾ ਹੈ, ਭਗਤਾਂ ਦੇ ਸਦਾ ਤੋਂ ਰੱਖਦਾ ਹਰ ਜੀਓ, ਤੁਰ ਤੋਂ ਰੱਖਦਾ ਹੈ।
ਹੁਣ ਕਹਿੰਦੇ ਇਹ ਆਪਣੇ ਭਗਤਾਂ ਦੀ ਪ੍ਰਤਪਾਲਣਾ ਕਰਦੇ, ਇਹਦੇ ਵਿੱਚ ਈਰਖਾ ਨਹੀਂ। ਹਾਂ, ਪਿਆਰੇ ਲੱਗਦੇ ਨੇ, ਵਿਸ਼ੇਸ਼ ਤੌਰ ਤੇ ਕਰਦਾ ਹੈ। ਅਖੀਰ ਤੇ ਗੁਰੂ ਸਾਹਿਬ ਨੇ ਪਾਵਨ ਬਚਨ ਕਹੇ, ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਹੁਣ ਇੱਥੇ ਅੱਖਰ ਭਾਵੇਂ ਅਰਥ ਕੀਤੇ ਜਾਂਦੇ ਨੇ ਅਚਰਜ ਤੇਰੀ ਵਡਿਆਈ, ਕਿ ਤੇਰੀ ਵਡਿਆਈ ਹੈਰਾਨ ਕਰ ਦੇਣ ਵਾਲੀ ਹੈ। ਪਰ ਇਹਦੇ ਵਿੱਚ ਇੱਕ ਜਿਹੜਾ ਨੁਕਤਾ ਛੁਪਿਆ ਹੋਇਆ ਵਿਆਕਰਨ ਦਾ, ਅਚਰਜ ਇੱਥੇ ਵਿਸ਼ਰਾਮ ਹੈ। ਅਚਰਜ ਦੇ ਜੱਜੇ ਨੂੰ ਔਂਕੜ ਹੈ, ਜਿਹਦਾ ਅਰਥ ਬਣਦਾ ਹੈ ਇਹ ਪੁਲਿੰਗ ਹੈ। ਅੱਗੇ ਸ਼ਬਦ ਆਉਂਦਾ ਤੇਰੀ ਵਡਿਆਈ, ਤੇਰੀ ਦਾ ਅਰਥ ਇਹ ਇਸਤਰੀ ਲਿੰਗ ਹੈ। ਹੁਣ ਦੇਖੋ ਅਚਰਜ ਜਿਹੜਾ ਹੈ ਉਹ ਲਿੰਗ ਤੇ ਤੇਰੀ ਇਸਤਰੀ ਲਿੰਗ, ਇਹਦੇ ਅਰਥ ਹੋਣਗੇ ਕਿ ਰੱਬ ਜੀ ਹੈ, ਪਰਮੇਸ਼ਰ ਜੀ ਤੂੰ ਆਪ ਅਚਰਜ ਹੈ, ਹੈਰਾਨ ਕਰ ਦੇਣ ਵਾਲਾ ਹੈ। ਤੇਰੀ ਵਡਿਆਈ, ਤੇ ਤੇਰੀ ਵਡਿਆਈ ਵੀ ਹੈਰਾਨ ਕਰਨ ਵਾਲੀ ਹੈ। ਤੂੰ ਆਪ ਅਚਰਜ ਹੈ, ਤੇਰੀ ਵਡਿਆਈ ਵੀ ਹੈਰਾਨ ਕਰਨ ਵਾਲੀ ਹੈ। ਨਿਤ ਨਾਨਕ ਨਾਮ ਧਿਆਈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਲਈ ਪਾਈ, ਜਿਹੜਾ ਆਪ ਅਚਰਜ ਹੈ, ਜਿਹਦੀ ਵਡਿਆਈ ਹੈਰਾਨ ਕਰਨ ਵਾਲੀ ਹੈ, ਕਿ ਮਨਾ ਹਰ ਵੇਲੇ ਉਹਨੂੰ ਧਿਆ, ਉਹਨੂੰ ਸਿਮਰੀ, ਸਿਰਫ ਉਹਦਾ ਸ਼ੁਕਰਾਨਾ ਕਰੀ। ਸਤਿਗੁਰੂ ਜੀ ਕਿਰਪਾ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ ਵਾਹਿਗੁਰੂ।